ਜੀਵਨ ਵਾਰ ਮਿਹਰਬਾਨ ਸੁਖਾਂ ਦੇ ਸਾਗਰ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਿਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰ ਹਜ਼ੂਰ ਸਰਬ ਗੁਣਾ ਭਰਪੂਰ ਸਰਬ ਸ਼ਕਤੀਮਾਨ ਸਭਨਾਂ ਦੇ ਤਾਰਨਹਾਰ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ। ਸਾਰੀ ਸੰਗਤ ਕਹੋ ਪਿਆਰ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਐਸੇ ਦੀਨ ਦਿਆਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਸੰਗਤਾਂ ਬਹੁਤ ਦੂਰ ਦੂਰ ਤੋਂ ਚੱਲ ਕੇ ਆਏ ਹੋ। ਇਸ ਦੇਸ਼ ਦੀ ਸੰਗਤ ਵੀ ਹੈ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤ ਹੈ। ਧੰਨ ਧੰਨ ਬਾਬਾ ਜੀ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ ਬਾਬਾ ਜੀ ਦਾ ਅੱਜ ਜਨਮ ਦਿਹਾੜਾ ਹੈ। ਅੱਜ ਦੇ ਦਿਨ ਬਾਬਾ ਜੀ ਸੰਸਾਰ ਦੇ ਜੀਵਾਂ ਨੂੰ ਸਮਰਥ ਦੇਣ ਵਾਸਤੇ ਭਲਾ ਕਰਨ ਵਾਸਤੇ ਨਾਮ ਬਾਣੀ ਸਿਮਰਨ ਸੇਵਾ ਸ਼ੁਭ ਕੰਮਾਂ ਦੇ ਨਾਲ ਜੋੜਨ ਵਾਸਤੇ ਮਹਾਂਪੁਰਖਾਂ ਨੇ ਇਸ ਸੰਸਾਰ ਦੇ ਵਿੱਚ ਆਮਣਾ ਕੀਤਾ। ਸ੍ਰੀ ਪਰਮੇਸ਼ਰ ਜੀ ਦੇ ਹੁਕਮ ਨਾਲ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ ਉਹ ਮਹਾਨ ਹਸਤੀ ਹਨ ਜਿਨ੍ਹਾਂ ਦਾ ਜੀਵਨ ਸਤਿਗੁਰੂ ਜੀ ਦੇ ਅੰਮ੍ਰਿਤ ਰੂਪ ਬਚਨਾਂ ਅਨੁਸਾਰ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿ ਰਹਿਆ ਭੇਦ ਨਾ ਜਾਣੋ ਮੂੜ ਸਾਈਂ ਜੀ। ਇਸ ਲਈ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਦੇ ਪਿਆਰਿਆਂ ਨੂੰ ਸਤਿਕਾਰਯੋਗ ਬਾਬਾ ਜੀ ਬਾਬਾ ਮਨਜੀਤ ਸਿੰਘ ਜੀ ਜੋ ਇਸ ਸੰਪਰਦਾਇ ਦੇ ਹਰਕੋਵਾਲ ਅਸਥਾਨ ਦੇ ਮੁਖੀ ਹਨ ਤੇ ਬੇਅੰਤ ਸੰਗਤਾਂ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਜੋ ਬਾਬਾ ਜੀ ਨੇ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ, ਬਹੁਤ ਵੱਡਾ ਸਿੱਖੀ ਪ੍ਰਚਾਰ ਕੀਤਾ, ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਕਰਵਾਈਆਂ। ਧੰਨ ਧੰਨ ਬਾਬਾ ਜੀ ਬਾਬਾ ਜਵਾਲਾ ਸਿੰਘ ਜੀ ਨੇ। ਇਸ ਕਰਕੇ ਲੋਕ ਪਿਤਾ ਪੁਰਖੀ ਬਾਬਾ ਜੀ ਦੇ ਪ੍ਰੇਮੀ ਹਨ। ਪਿਤਾ ਪੁਰਖੀ ਵੱਡਿਆਂ ਵਡੇਰਿਆਂ ਤੋਂ ਅੱਗੇ ਸੀਨੇ ਬਸੀਨੇ ਪਰਿਵਾਰਾਂ ਵਿੱਚ ਮਹਾਂਪੁਰਖਾਂ ਦਾ ਪਿਆਰ ਸਿੱਖ ਸੰਗਤਾਂ ਦੇ ਹਿਰਦੇ ਵਿੱਚ ਹੈ। ਇਸ ਵਾਸਤੇ ਦਾਸ ਸਾਰੇ ਜਥੇ ਵੱਲੋਂ ਆਪ ਜੀ ਨੂੰ ਆਈ ਹੋਈ ਸੰਗਤ ਨੂੰ ਬੇਅੰਤ ਵਾਰ ਵਧਾਈ 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 ਦਿੰਦੇ ਹਾਂ। ਐਸੇ ਮਹਾਨ ਮਹਾਂਪੁਰਸ਼ਾਂ ਦਾ ਅੱਜ ਇਹ ਖੁਸ਼ੀਆਂ ਭਰਿਆ ਬਖਸ਼ਾਂ ਭਰਿਆ ਦਿਹਾੜਾ ਹੈ। ਆਪ ਜੀ ਨੇ ਸ਼ਬਦ ਸਰਵਣ ਕੀਤਾ ਨੀਕੀ ਸਾਧ ਸੰਗਾਨੀ। ਨੀਕੀ ਦਾ ਅਰਥ ਹੁੰਦਾ ਸਭ ਤੋਂ ਵਧੀਆ ਸਭ ਤੋਂ ਚੰਗੀ। ਬਹੁਤ ਵਾਰ ਤੁਸੀਂ ਸ਼ਬਦ ਸੁਣਿਆ ਹੈ ਨਾ, ਮੰਗਣਾ ਮੰਗਣ ਨੀਕਾ ਵਧੀਆ। ਮੰਗਣ ਦੇ ਵਿੱਚੋਂ ਜੋ ਮੰਗਣਾ ਹੈ ਉਹਦੇ ਵਿੱਚੋਂ ਵਧੀਆ ਮੰਗਣਾ ਕੀ ਹੁੰਦਾ ਹੈ? ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਸਭ ਤੋਂ ਵਧੀਆ ਮੰਗ ਜੇ ਗੁਰੂ ਅੱਗੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਮੈਨੂੰ ਆਪਣਾ ਜਸ ਬਖਸ਼ੋ, ਜਸ ਆਪਣੀ ਸਿਫਤ ਬਖਸ਼ੋ, ਬੰਦਗੀ ਬਖਸ਼ੋ, ਸਿਮਰਨ ਬਖਸ਼ੋ। ਇਹਦੇ ਵਿੱਚ ਸਾਰੇ ਸ਼ਬਦ ਬਾਰ-ਬਾਰ ਇਹ ਬਚਨ ਕਿਹਾ ਹੈ। ਜਾਗਣਾ ਜਾਗਣ ਨੀਕਾ। ਜਾਗਦੀ ਹੈ ਦੁਨੀਆ, ਬੜੇ ਕੰਮਾਂ ਵਾਸਤੇ ਲੋਕ ਜਾਗਦੇ ਆ, ਪਰ ਜਾਗਣ ਦੇ ਵਿੱਚੋਂ ਸਭ ਤੋਂ ਵਧੀਆ ਜਾਗਣਾ ਕਿਹੜਾ? ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਵਾਲੇ ਕੀਰਤਨ ਦੇ ਵਿੱਚ ਜਾਗਣਾ ਹੈ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿ ਨੀਕੀ ਸਾਧ ਸੰਗਾਨੀ। ਇਸ ਦੁਨੀਆ ਵਿੱਚ ਬੜੀ ਪ੍ਰਕਾਰ ਦੀ ਸੰਗਤ ਹੈ, ਬੜੀ ਪ੍ਰਕਾਰ ਦੀ ਸੰਗਤ ਇਸ ਸੰਸਾਰ ਵਿੱਚ। ਉਹਨਾਂ ਸੰਗਤਾਂ ਦੇ ਵਿੱਚੋਂ ਸਭ ਤੋਂ ਵਧੀਆ ਸੰਗਤ ਸਾਧੂ ਦੀ ਸੰਗਤ ਹੈ। ਸਾਧੂ ਦੀ ਸੰਗਤ ਮਹਾਂਪੁਰਖ ਦੀ ਸੰਗਤ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਮਰਨ। ਮਹਾਂਪੁਰਖ ਦਾ ਸੰਗ ਨਾਮ ਦਾ ਰੰਗ ਬਖਸ਼ ਦਿੰਦਾ ਹੈ। ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦੀ ਸੰਗਤ ਨੇ ਬੜਿਆਂ ਨੂੰ ਰੰਗ ਲਾਇਆ, ਬੜਿਆਂ ਤੇ ਕਿਰਪਾ ਕੀਤੀ। ਆ ਪਿੱਛੇ ਦਾਸਾਂ ਦੇ ਕੋਲ ਹੀ ਬੈਠੇ ਨੇ। ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦੀ ਸੰਗਤ ਕੀਤੀ। ਇਹਨਾਂ ਦੇ ਵਡੇਰੇ ਨੇ ਮੁਕਤਸਰ ਸਾਹਿਬ ਦੀ ਧਰਤੀ ਤੋਂ ਨਜ਼ਦੀਕ ਆਏ ਹਨ।
ਵੱਡਿਆਂ ਨੇ ਸੰਗਤ ਕੀਤੀ ਮਹਾਂਪੁਰਸ਼ਾਂ ਦੀ। ਅੱਜ ਪਰਿਵਾਰਾਂ ਦੇ ਪਰਿਵਾਰ ਅੱਗੇ ਸੀਨੇ ਬਸੀਨੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ। ਬਾਬਾ ਦਲਜੀਤ ਸਿੰਘ ਜੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚੋਂ ਸੰਗਤ ਲੈ ਕੇ ਆਏ ਨੇ ਹਾਜ਼ਰੀ ਲਵਾਉਣ ਵਾਸਤੇ। ਕਿਉਂ? ਬਾਬਾ ਜੀ ਨੇ ਰੰਗ ਲਾਇਆ ਗੁਰੂ ਕੀ ਸਿੱਖੀ ਦਾ, ਗੁਰਬਾਣੀ ਦਾ, ਨਾਮ ਦਾ, ਸਿਮਰਨ ਦਾ। ਨੀਕੀ ਸਾਧ ਸੰਗਾਨੀ, ਬੋਲੋ ਸਾਰੇ ਜਣੇ ਮੇਰੇ ਨਾਲ, ਨੀਕੀ ਸਾਧ ਸੰਗਾਨੀ। ਸੰਗਤ ਵਧੀਆ ਕਿਹੜੀ ਹੈ? ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸਾਧ ਦੀ ਸੰਗਤ ਸਭ ਤੋਂ ਵਧੀਆ ਹੈ, ਸਭ ਤੋਂ ਵਧੀਆ। ਹੁਣ ਤੁਸੀਂ ਸਾਰੇ ਜਣੇ ਸਿਆਣੇ ਬੈਠੇ ਹੋ, ਵੱਡੀਆਂ ਵੱਡੀਆਂ ਖੱਡਾਂ ਦੇ ਵਿੱਚ ਰਾਹ ਬਣਾਉਣਾ ਹੋਵੇ ਤੇ ਟਿੱਬਿਆਂ ਨੂੰ ਚੁੱਕ ਚੁੱਕ ਕੇ, ਵੱਡੇ ਵੱਡੇ ਟਿੱਬੇ ਹੁੰਦੇ ਨੇ, ਖੱਡਾਂ ਹੁੰਦੀਆਂ ਨੇ ਡੂੰਘੀਆਂ ਤੇ ਟਿੱਬੇ ਰੇਤਾਂ ਦੇ ਹੁੰਦੇ, ਉੱਚੇ ਉੱਚੇ ਪਹਾੜ, ਉਸ ਤੋਂ ਮਜ਼ਬੂਤ ਤੇ ਉੱਚੇ। ਉਸ ਪਾਸੇ ਦੀ ਰਸਤਾ ਬਣਾਉਣਾ ਹੋਵੇ, ਸਾਡੇ ਵੱਸ ਦੀ ਗੱਲ ਹੈ ਨਹੀਂ, ਕਿਸੇ ਨੂੰ ਬਣਾ ਸਕਦੇ ਹਾਂ। ਤੇ ਰੱਬ ਦਾ ਰਸਤਾ ਜਿਸ ਬਾਰੇ ਕਦੇ ਸਾਡੇ ਚੇਤੇ ਵਿੱਚ ਵੀ ਨਹੀਂ ਆ ਸਕਦਾ, ਇਹਦੇ ਅਸੀਂ ਛੋਟੇ ਅਲਪਗ ਜੀਵ ਹੈ। ਤੇ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ, ਸਾਧ ਕੈ ਸੰਗ ਨਹੀਂ ਦਾਸ਼ਿਕ ਹਾਲ, ਦਰਸ਼ਨ ਭੇਟਤ ਬਹੁਤ ਨਿਹਾਲ। ਮਹਾਂਪੁਰਖ ਰਾਹ ਬਣਾ ਦਿੰਦੇ ਹੈ, ਉਸ ਰਸਤੇ ਤੇ ਸੌਖੇ ਤੁਰੇ ਆਓ, ਸੌਖੇ ਤੁਰੇ ਆਓ। ਅਸੀਂ ਇਸ ਦੁਨੀਆ ਦੇ ਵਿੱਚ ਕਿਸੇ ਵਿਖੜੇ ਰਸਤੇ ਦੇ ਉੱਤੇ ਖੇਚਲ ਕਰਕੇ ਉਹਨੂੰ ਸਹੀ ਨਹੀਂ ਕਰ ਸਕਦੇ ਕਿ ਰੱਬ ਦੇ ਰਾਹ ਨੂੰ ਅਸੀਂ ਕਿੱਥੋਂ ਲੱਭਾਂਗੇ, ਸਾਡੇ ਵੱਸ ਦੀ ਗੱਲ ਨਹੀਂ। ਪਰ ਮਹਾਂਪੁਰਖ ਦੀ ਸੰਗਤ ਆਮ ਦੇ ਬੰਦੇ ਨੂੰ ਪਰਮੇਸ਼ਰ ਦੇ ਮਾਰਗ ਤੇ ਤੋਰ ਕੇ ਸਹੀ ਟਿਕਾਣੇ ਪਹੁੰਚਾ ਦਿੰਦੀ। ਇਸ ਵਾਸਤੇ ਵਧੀਆ ਸੰਗਤ ਕਿਹੜੀ ਹੈ ਜੀ? ਸਾਧ ਦੀ ਸੰਗਤ। ਆਖੋ ਸਾਰੇ ਕਾਜੀ ਕੇਜਰੀ ਵਾਹਿਗੁਰੂ। ਨੀਕੀ ਸਾਧ ਸੰਗਾਨੀ, ਜਿੰਨਾ ਕੁਝ ਨਹੀਂ ਖੱਟਣਾ, ਕੁਝ ਨਹੀਂ ਪ੍ਰਾਪਤ ਕਰਨਾ, ਉਹ ਕਹਿੰਦੇ ਸਾਧੂਆਂ ਕੋਲ ਨਾ ਜਾਓ, ਸੰਤਾਂ ਕੋਲ ਨਾ ਜਾਓ। ਉਹ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਆ ਵੀ ਸੰਤ ਹੈ ਹੀ ਕੋਈ ਨਹੀਂ, ਸਾਧੂ ਹੈ ਹੀ ਕੋਈ ਨਹੀਂ। ਇਹ ਦਿਨ ਸੱਚਾ ਪਾਤਸ਼ਾਹ ਦਿਨ ਰਾਤ ਕਹਿੰਦੇ ਆ, ਦਿਨ ਰਾਤ ਕਹਿੰਦੇ ਆ ਭਾਈ ਤੁਸੀਂ ਜਾ ਕੇ ਸਾਧੂਆਂ ਨੂੰ ਮਿਲੋ, ਮਹਾਂਪੁਰਖਾਂ ਨੂੰ ਮਿਲੋ, ਤੁਹਾਡਾ ਸਾਰਾ ਕੁਝ ਸੁਖਦਾਈ ਹੋ ਜਾਏਗਾ, ਸਭ ਕੁਝ ਸੁਖਦਾਈ ਹੋ ਜਾਏਗਾ। ਤੁਸੀਂ ਇਸ ਦੁਨੀਆ ਦੇ ਕੰਮਾਂ ਵਿੱਚ ਪਰੇਸ਼ਾਨ ਹੋ, ਇਹ ਤਾਂ ਸਭ ਕੁਝ ਠੀਕ ਹੋ ਜਾਏਗਾ। ਤੁਹਾਨੂੰ ਰੱਬ ਨੂੰ ਮਿਲਣਾ ਵੀ ਕੋਈ ਔਖਾ ਨਹੀਂ ਹੋਏਗਾ। ਨੀਕੀ ਸਾਧ ਸੰਗਾਨੀ, ਸਭ ਤੋਂ ਵਧੀਆ ਸੰਗਤ ਹੈ ਸਾਧੂ ਦੀ, ਮਹਾਂਪੁਰਖ। ਸਤ ਵਚਨੀ ਬਣਨਾ ਹੈ, ਪ੍ਰੇਮੀ ਬਣਨਾ ਹੈ, ਨਿਤਨੇਮੀ ਬਣਨਾ ਹੈ, ਆਗਿਆਕਾਰ ਬਣਨਾ ਹੈ। ਹੱਠੀ ਤੇ ਜਿੱਦੀ ਮਨੁੱਖ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਜਿਹੜੇ ਸਤ ਵਚਨੀ ਨੇ ਸੀਸ ਨੀਵਾ ਕਰਕੇ, ਰਸਨਾ ਤੋਂ ਮਿੱਠਾ ਬੋਲ ਕੇ, ਜਿੱਧਰ ਤੋਰਿਆ ਸਤ ਵਚਨ ਕਰਕੇ ਤੁਰ ਪੈਂਦੇ ਨੇ, ਉਹ ਵੱਡੀ ਤੋਂ ਵੱਡੀ ਪ੍ਰਾਪਤੀ ਕਰ ਲੈਂਦੇ। ਮਹਾਂਪੁਰਖਾਂ ਦੀ ਸੰਗਤ ਵਿੱਚ ਬੜਿਆਂ ਨੂੰ ਰੰਗ ਲੱਗਾ ਤੇ ਬਾਬਾ ਜਵਾਲਾ ਸਿੰਘ ਜੀ ਨੇ ਕਿੰਨਿਆਂ ਕਿਤੇ ਕਿਰਪਾ ਕੀਤੀ, ਉਹ ਤੇ ਗਿਣੇ ਹੀ ਨਹੀਂ ਨਾ ਜਾ ਸਕਦੇ, ਗਿਣੇ ਹੀ ਨਹੀਂ ਜਾ ਸਕਦੇ। ਜਦੋਂ ਅਸੀਂ ਵਿਚਰਦੇ ਹਾਂ ਨਾ ਇਲਾਕਿਆਂ ਵਿੱਚ, ਤੇ ਕਈ ਪ੍ਰੇਮੀ ਜਦੋਂ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਤਾਂ ਉੱਥੇ ਬਾਬਾ ਜੀ ਦਾ ਸਰੂਪ ਲੱਗਾ ਵੇਖੀਦਾ, ਹੱਥ ਜੋੜ ਕੇ ਕਰੀਦੀ ਨਮਸਕਾਰ ਤੇ ਪੁੱਛੀਦਾ, ਭਾਈ ਬਾਬਾ ਜਵਾਲਾ ਸਿੰਘ ਜੀ ਹੁਣਾਂ ਨਾਲ ਤੁਹਾਡਾ ਕੀ ਸੰਬੰਧ ਹੈ? ਕੋਈ ਕਹਿੰਦਾ ਜੀ ਮੇਰਾ ਦਾਦਾ ਬਾਬਾ ਜੀ ਦਾ ਸੇਵਕ ਸੀ, ਕੋਈ ਕਹਿੰਦਾ ਮੇਰਾ ਪੜਦਾਦਾ ਬਾਬਾ ਜੀ ਦਾ ਸੇਵਕ ਸੀ। ਆ ਜਿਹੜੀਆਂ ਸਾਡੇ ਮੂੰਹ ਤੇ ਦਾੜੀਆਂ ਨੇ ਨਾ, ਤੇ ਬਾਬਾ ਜਵਾਲਾ ਸਿੰਘ ਜੀ ਦੀ ਸਿੱਖਿਆ ਦਾ ਸਦਕਾ ਸੀਨੇ ਬਸੀਨੇ ਸਾਡੇ ਪਰਿਵਾਰ ਵਿੱਚ ਸਿੱਖੀ ਚੱਲੀ ਆ ਰਹੀ ਹੈ। ਮਹਾਂਪੁਰਖਾਂ ਨੇ ਸਾਡੇ ਵੱਡਿਆਂ ਤੇ ਕਿਰਪਾ ਕੀਤੀ, ਸਬੰਧ ਦਿੱਤੀ, ਬਾਣੀ ਨਾਲ ਜੋੜਿਆ, ਗੁਰੂ ਕੇ ਚਰਨਾਂ ਨਾਲ ਜੋੜਿਆ। ਅੱਜ ਸਾਡਾ ਸਾਰਾ ਪਰਿਵਾਰ ਨਾ ਕੋਈ ਨਸ਼ੇ ਵਰਤਦਾ ਹੈ, ਨਾ ਕੋਈ ਕੇਸਾਂ ਦੀ ਬੇਅਦਬੀ ਕਰਦਾ ਹੈ, ਤੇ ਨਾ ਕੋਈ ਗੁਰੂ ਘਰ ਤੋਂ ਪਾਸੇ ਹੋਰ ਕਿਸੇ ਬੰਨੇ ਜਾ ਰਿਹਾ। ਕਿਉਂ? ਬਾਬਾ ਜੀ ਨੇ ਸਮਾਧੀ ਐਸੀ ਦਿੱਤੀ। ਆਖੋ ਸਾਰੇ ਗੱਜ ਕੇ ਧੰਨ ਬਾਬਾ ਜਵਾਲਾ ਸਿੰਘ ਜੀ। ਨੀਕੀ ਸਾਧ ਸੰਗਾਨੀ, ਐਸੇ ਮਹਾਂਪੁਰਖ ਦੀ ਸੰਗਤ। ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਗਰੀਬਨਵਾਜ ਜੀ ਨੇ ਸਮੱਤ ਦਿੱਤੀ। ਸਮਾਂ ਇੰਨਾ ਨਹੀਂ, ਸਾਰੀਆਂ ਸਾਖੀਆਂ ਨਹੀਂ ਸੁਣਾਈਆਂ ਜਾ ਸਕਦੀਆਂ। ਟੂਕ ਮਾਤਰ ਤੁਸੀਂ ਵਿਦਵਾਨ ਬੈਠੇ ਹੋ। ਤੇ ਮਹਾਰਾਜ ਨੇ ਸੇਵਕ ਨੂੰ ਆਖਿਆ, ਭਾਈ ਉਹ ਜਿਹੜੀ ਠੀਕਰੀ ਲਿਸ਼ਕਰੀ ਫੜ ਕੇ ਲਿਆ,
ਲਿਆਂਦੀ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਆ ਵੇਖੋ ਬਾਕੀ ਵੀ ਕੋਲ ਪਈਆਂ ਨੇ, ਉਹ ਨਹੀਂ ਲਿਸ਼ਕ ਰਹੀਆਂ, ਇਹ ਲਿਸ਼ਕ ਰਹੀ ਹੈ। ਪਤਾ ਨਹੀਂ ਕਿੰਨਾ ਸਮਾਂ ਪਹਿਲਾਂ ਇਹ ਜਿਹੜੀ ਠੀਕਰੀ ਆ ਸੰਪੂਰਨ ਬਰਤਨ ਸੀਗਾ, ਮਿੱਟੀ ਦਾ ਭਾਂਡਾ ਜਿਹਨੂੰ ਅਸੀਂ ਕੁੱਜਾ ਆਖ ਦਿੰਦੇ ਆ ਜਾਂ ਚਾਟੀ ਕਹਿ ਦਿੰਦੇ ਆ। ਕਿਸੇ ਨੇ ਆਪਣੇ ਵਰਤਮਾਨ ਸਮੇਂ ਦੇ ਵਿੱਚ ਇਹਦੇ ਵਿੱਚ ਘਿਓ ਪਾ ਕੇ ਰੱਖਿਆ, ਘਿਓ ਦਾ ਇਹਦੇ ਵਿੱਚ ਅਸਰ ਚਲਾ ਗਿਆ। ਕਿੰਨਾ ਲੰਮਾ ਸਮਾਂ ਹੋ ਗਿਆ ਬਰਤਨ ਟੁੱਟੇ ਤੋਂ, ਪਰ ਅੱਜ ਵੀ ਸੂਰਜ ਦੀ ਧੁੱਪ ਪਈ ਤੇ ਜਿਹੜਾ ਅੰਦਰ ਅਸਰ ਹੈ ਉਹ ਵੀ ਬਾਹਰ ਪ੍ਰਗਟ ਹੋ ਕੇ ਦਿਖਾਈ ਦੇ ਰਿਹਾ, ਇਸ਼ਕਾ ਮਾਰ ਰਿਹਾ ਹੈ। ਅੱਜ ਵੀ ਤਰੋ ਤਾਜ਼ਾ ਹੈ, ਦੂਜਿਆਂ ਵਾਂਗੂ ਖੁਸ਼ਕ ਨਹੀਂ। ਗੁਰਮੁਖੋ ਜਿਨ੍ਹਾਂ ਦੇ ਖਾਨਦਾਨਾਂ ਵਿੱਚ ਮਹਾਂਪੁਰਖਾਂ ਦੀ ਕਿਰਪਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ ਹੈ, ਅੱਗੇ ਪਰਿਵਾਰਾਂ ਦੇ ਪਰਿਵਾਰ ਗੁਰੂ ਕੇ ਪਿਆਰ ਦੀਆਂ ਖੁਸ਼ਬੂਆਂ ਵੰਡਦੇ ਨੇ। ਬੱਚੇ ਬੱਚੀਆਂ ਪੁੱਤਰ ਪੋਤਰੇ ਖਾਨਦਾਨਾਂ ਦੇ ਵਿੱਚ ਗੁਰਬਾਣੀ ਦਾ ਪਿਆਰ, ਸਤ ਸੰਗ ਦਾ ਪਿਆਰ, ਗੁਰੂ ਕੀ ਸਿੱਖੀ ਦਾ ਪਿਆਰ। ਧੰਨ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੂੰ ਯਾਦ ਕਰਨ ਵਾਲਿਆਂ ਦਾ ਹਿਰਦਾ ਪ੍ਰਸੰਨਤਾ ਦੇ ਨਾਲ ਭਰ ਜਾਂਦਾ ਹੈ। ਬਾਬਾ ਜੀ ਦੀਆਂ ਬਖਸ਼ਿਸ਼ਾਂ, ਬਾਬਾ ਜੀ ਦੀਆਂ ਕਿਰਪਾ, ਬਾਬਾ ਜੀ ਦੀਆਂ ਮਿਹਰਾਂ ਯਾਦ ਕਰ ਕਰਕੇ ਪ੍ਰੇਮੀ ਧੰਨ ਧੰਨ ਆਖਦੇ ਹਨ। ਮੇਰੇ ਮਿੱਤਰ ਸਰਦਾਰ ਗੁਰਮੁਖ ਸਿੰਘ ਜੀ ਕੌਂਸਲਰ ਪਟਿਆਲੇ, ਇੱਕ ਦੋ ਦਿਨ ਪਹਿਲਾਂ ਇਹਨਾਂ ਨਾਲ ਗੱਲ ਹੋਈ, ਮੈਂ ਬਾਬਾ ਜੀ ਬਾਰੇ ਇਹਨਾਂ ਨੂੰ ਦੱਸਿਆ। ਕਹਿਣ ਲੱਗੇ ਅਸੀਂ ਜ਼ਰੂਰ ਦਰਸ਼ਨ ਕਰਨ ਵਾਸਤੇ ਆਵਾਂਗੇ, ਐਸੇ ਮਹਾਨ ਮਹਾਂਪੁਰਖ ਨਾਮ ਦੇ ਰਸੀਏ, ਉਹਨਾਂ ਦੇ ਦਿਹਾੜੇ ਤੇ ਹਾਜ਼ਰੀ ਦਿਵਾਉਣ ਵਾਸਤੇ ਆਵਾਂਗੇ। ਜਿਹੜਾ ਵੀ ਸੁਣ ਲੈਂਦਾ ਹੈ ਉਹਦੇ ਮਨ ਵਿੱਚ ਪਿਆਰ ਵਸਦਾ ਹੈ। ਬਾਬਾ ਜੀ ਦੀ ਕਮਾਈ ਐਸੀ ਨੀਕੀ ਸਾਧ ਸੰਗਾਨੀ, ਪਹਿਰ ਮੂਰਤ ਪਲ ਦਾਵਤ ਦਾਵਤ, ਗੋਬਿੰਦ ਗੋਬਿੰਦ ਵਖਾਨੀ। ਮਹਾਂਪੁਰਖ ਦੀ ਸੰਗਤ ਕਰਨ ਵਾਲਾ ਬੰਦਾ ਜਿੰਨਾ ਵੀ ਸਮਾਂ ਮਿਲ ਜਾਏਗਾ ਰੱਬ ਦੇ ਪਾਸੇ ਜ਼ਰੂਰ ਲਾਏਗਾ। ਇਹ ਸਾਧੂ ਦਾ ਸੰਗ ਹੈ। ਜਿਸ ਤਰ੍ਹਾਂ ਜੁਆਰੀਏ ਦੇ ਪਾਸ ਬੈਠ ਕੇ ਬੰਦਾ ਜੂਆ ਖੇਡਣ ਸਿੱਖ ਲੈਂਦਾ ਹੈ, ਨਸ਼ੇ ਵਾਲੇ ਦੇ ਕੋਲ ਬੈਠ ਕੇ ਨਸ਼ਈ ਬਣ ਜਾਂਦਾ ਹੈ, ਨਿੰਦਕ ਚੁਗਲ ਦੇ ਕੋਲ ਬੈਠ ਜਾਵੇ, ਚੋਰ ਕੋਲ ਬੈਠ ਜਾਵੇ ਤੇ ਉਹੋ ਜਿਹਾ ਸੁਭਾਅ ਬਣ ਜਾਂਦਾ ਹੈ। ਗੁਰਮੁਖੋ ਜਪਣ ਵਾਲਿਆਂ ਦੇ ਕੋਲ ਬੈਠ ਕੇ ਮਨੁੱਖ ਦਾ ਆਪੇ ਹੀ ਸੁਭਾਅ ਬਣ ਜਾਂਦਾ ਹੈ ਜਪਣ ਦਾ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ। ਵੇਖੋ ਕਿੰਨਾ ਲੰਮਾ ਸਮਾਂ ਹੋਇਆ ਬਾਬਾ ਜੀ ਨੂੰ ਅਵਤਾਰ ਧਾਰੇ। ਕੁਝ ਵੀ ਕਹਿ ਲਿਆ ਕਰੋ, ਅਵਤਾਰ ਕਹਿ ਲੋ, ਪ੍ਰਕਾਸ਼ ਕਹਿ ਲੋ, ਜਨਮ ਦਿਨ ਕਹਿ ਲੋ, ਉਹ ਪਰਿਵਾਰ ਨੇ, ਪਰਿਵਾਰ ਨਾਲ ਸਾਰਾ ਕੁਝ ਫੱਬਦਾ, ਸਭ ਕੁਝ ਫੱਬਦਾ ਹੈ। ਉਹਨਾਂ ਨੇ ਐਸਾ ਕੁਝ ਕੀਤਾ ਜੋ ਸ੍ਰੀ ਪਰਮੇਸ਼ਰ ਜੀ ਨੂੰ ਭਾਵਦਾ। ਇੱਕ ਮਿੰਟ ਵੀਰ ਗੱਲ ਸੁਣ, ਕੀ ਨਾਮ ਹੈ? ਨਾਮ ਗੁਰਮੁਖ ਸਿੰਘ ਦੇ ਦਾੜੀ ਮੁੰਨੀ ਹੈ, ਮੇਰੇ ਵਾਹਿਗੁਰੂ ਬਖਸ਼ ਲੈ ਸੱਚੇ ਪਾਤਸ਼ਾਹ। ਹੁਣ ਨਹੀਂ ਮੁੰਨਣੀ, ਠੀਕ ਹੈ? ਆ ਵੇਖ ਲਾ, ਮੈਂ ਕੰਨਾਂ ਨੂੰ ਹੱਥ ਲਾਏ ਤੂੰ ਵੀ ਲਾ ਲਾ, ਮੁੜ ਕੇ ਨਹੀਂ ਮੁੰਨਣੀ। ਮੱਥਾ ਟੇਕ ਮਾਰੇ ਨੂੰ ਸੱਚੇ ਪਾਤਸ਼ਾਹ ਜੀ ਨੂੰ। ਨਾਮ, ਨਾਮ ਦਾ ਅਰਥ ਜ਼ਰੂਰ ਚੇਤੇ ਕਰਿਆ ਕਰੋ। ਜਿਹੜਾ ਬੰਦਾ ਨਾਮ ਦਾ ਅਰਥ ਚੇਤੇ ਕਰੇਗਾ ਨਾ, ਮੇਰਾ ਖਿਆਲ ਉਹ ਗਲਤੀ ਨਹੀਂ ਕਰੇਗਾ। ਸਾਨੂੰ ਪਤਾ ਹੀ ਨਹੀਂ, ਮਾਂ ਪਿਓ ਚਾਈ ਨਾਮ ਰੱਖ ਦਿੰਦੇ ਆ। ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲਿਆਂ ਨਾਲ ਮੈਂ ਰਹਿੰਦਾ ਸੀ ਬਚਪਨ ਵਿੱਚ। ਉਹਨਾਂ ਨਾਲ ਇੱਕ ਸਿੰਘ ਢੰਗੀ ਹੁੰਦਾ ਸੀ, ਉਹਦਾ ਨਾਮ ਸੀ ਚਾਈਨਾ। ਰਾਜੇ ਪਰਿਵਾਰ ਵਿੱਚੋਂ ਸੀ ਤੇ ਹਾਸੇ ਦੀ ਗੱਲ ਕਰਦੋਂ ਨਹੀਂ ਸੀ ਹਟਦਾ। ਤੇ ਇੱਕ ਬੰਦਾ ਆਇਆ, ਉਹ ਬੜਾ ਕਾਹਲਾ ਭਾਵੇਂ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਆ। ਜਦੋਂ ਉਹਨੇ 4-5 ਵਾਰ ਆਖਿਆ ਨਾ, ਤੇ ਚਾਈਨਾ ਕਹਿਣ ਲੱਗਾ ਨਾ ਤੇਰਾ ਨਾਮ ਕੀ ਆ? ਕਹਿਣ ਲੱਗਾ ਮੱਖਣ ਸਿੰਘ। ਪੈਰਾਂ ਤੋਂ ਸਿਰ ਤੱਕ ਵੇਖ ਕੇ ਉਹਦਾ ਮਾਰਿਆ ਤੇ ਖੁਸ਼ਕੀ ਦਾ ਪਿਆ ਤੇ ਨਾਮ ਮੱਖਣ ਸਿੰਘ ਦਾ ਹੈ। ਕਹਿਣ ਲੱਗਾ ਜਦੋਂ ਤੈਨੂੰ ਇੱਕ ਵਾਰ ਆਖਿਆ ਵੀ ਮਹਾਂਪੁਰਖ ਆਰਾਮ ਕਰਦੇ ਨੇ, ਥੱਕੇ ਆਏ ਸੇਵਾ ਦੇ ਵਿੱਚੋਂ, ਤੂੰ ਖਹਿੜਾ ਹੀ ਨਹੀਂ ਛੱਡਦਾ, ਟੁੱਟ ਟੁੱਟ ਕੇ ਪੈਣ ਡਿਆ ਸਾਨੂੰ। ਗੁਰਮੁਖੋ ਯਾਦ ਰੱਖਿਓ, ਜਿੱਥੇ ਜਾਈਏ ਉੱਥੋਂ ਦੀ ਮਰਿਆਦਾ ਵਿੱਚ ਰਹੀਦਾ, ਧਿਆਨ ਰੱਖੀਦਾ ਹੈ। ਬਾਬਾ ਮਨਜੀਤ ਸਿੰਘ ਹੋਣਾ ਦਾ ਜੀਵਨ ਗੁਰੂ ਘਰ ਨੂੰ ਅਰਪਣ ਹੈ। ਬਾਬਾ ਜੀ ਦਾ ਜੀਵਨ ਗੁਰੂ ਘਰ ਨੂੰ ਅਰਪਣ ਹੈ। ਤੇ ਅਸਾਂ ਸਾਰਿਆਂ ਨੇ ਸੋਚਣਾ ਹੈ ਵੀ ਵੱਧ ਤੋਂ ਵੱਧ ਉਹਨਾਂ ਨੂੰ ਸਹੂਲਤ ਤੇ ਤੰਦਰੁਸਤੀ ਮਿਲੇ। ਉਹ ਛੇਤੀ ਤੋਂ ਛੇਤੀ ਰਾਜੀ ਖੁਸ਼ੀ ਹੋ ਕੇ ਸੰਗਤਾਂ ਵਿੱਚ ਆਵਣ
ਤੇ ਸੰਗਤਾਂ ਨੂੰ ਜਿਸ ਤਰ੍ਹਾਂ ਪਹਿਲਾਂ ਸਿੱਖੀ ਪ੍ਰਚਾਰ ਕਰਕੇ ਗੁਰੂ ਜੀ ਦੀਆਂ ਸਾਖੀਆਂ ਸ਼ਬਦ ਸੁਣਾ ਕੇ ਨਿਹਾਲ ਕਰਦੇ ਸਨ, ਹੁਣ ਵੀ ਛੇਤੀ ਛੇਤੀ ਉਹ ਸਮਾਂ ਆਵੇ ਤੇ ਜਦੋਂ ਪ੍ਰਬੰਧਕ ਜਨ ਬੇਨਤੀ ਕਰਨ ਉਦੋਂ ਸਤ ਬਚਨ ਕਰ ਲਿਆ ਕਰੀਏ ਜੀ, ਤੇ ਸਾਡਾ ਸਾਰਿਆਂ ਦਾ ਕਰਦਾ ਹੈ ਵੱਧ ਤੋਂ ਵੱਧ ਸਮਾਂ ਉਹਨਾਂ ਕੋਲ ਬੈਠੀਏ, ਦਰਸ਼ਨ ਕਰੀਏ। ਪਰ ਅਸਾਂ ਇਹ ਜ਼ਰੂਰ ਵੇਖਣਾ ਕਿ ਉਹਨਾਂ ਨੂੰ ਜ਼ਿਆਦਾ ਖੇਚਲ ਨਾ ਪਵੇ। ਆਖੋ ਸਾਰੇ ਗੱਜ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਂਪੁਰਖ ਦੀ ਸੰਗਤ ਜਿਹੜੀ ਇਹ ਭਲਾ ਕਰਦੀ ਹੈ, ਬੰਦੇ ਦਾ ਸੁਭਾਅ ਬਣ ਜਾਂਦਾ। ਬਹੁਤਾ ਨਹੀਂ ਤੇ ਥੋੜਾ ਸਮਾਂ ਤੇ ਮਨੁੱਖ ਜ਼ਰੂਰੀ ਨਾਮ ਜਪੇਗਾ। ਸਾਧੂ ਦਾ ਸੰਗ ਕਰਨ ਵਾਲਾ ਬੰਦਾ ਜ਼ਰੂਰ ਨਾਮ ਜਪੇਗਾ, ਇਹ ਪੱਕੀ ਗੱਲ। ਬੈਕਲੇਟ ਹੈ ਨਹੀਂ, ਬੈਕਲੇਟ ਹੋਣੀ ਹੈ। ਪਹਿਰ ਮੂਰਤ ਬਲ ਗਾਵਤ ਗੋਬਿੰਦ ਗੋਬਿੰਦ ਖਾਨੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਕੋਈ ਘੰਟਿਆਂ ਬੱਧੀ ਸਮਾਂ ਲਾਏਗਾ, ਕੋਈ ਪਲਾਂ ਦੇ ਹਿਸਾਬ ਨਾਲ ਲਾਏਗਾ, ਜ਼ਰੂਰ ਕੋਈ ਨਾ ਕੋਈ ਨਾਮ ਜਪੇਗਾ ਜਿਹੜਾ ਮਹਾਂਪੁਰਖ ਦਾ ਸੰਗ ਕਰੇਗਾ। ਪਾਤਸ਼ਾਹ ਮਹਾਰਾਜ ਗਰੀਬ ਨਵਾਜ ਫਰਮਾਉਂਦੇ, ਚਾਲਤ ਬੈਸਤ ਸੋਮਤ ਹਰ ਜਸ ਮਨ ਤਨ ਚਰਨ ਖਟਾਨੀ। ਇਹ ਪ੍ਰਾਪਤੀ ਹੋ ਜਾਏਗੀ ਜੇ ਤੁਸੀਂ ਮਹਾਂਪੁਰਖ ਦੀ ਸੰਗਤ ਕਰੋਗੇ। ਤੁਰੇ ਫਿਰਦਿਆਂ ਵੀ ਤੁਹਾਡਾ ਵਾਹਿਗੁਰੂ ਵਾਹਿਗੁਰੂ ਜਪਣ ਨੂੰ ਜੀ ਕਰੇਗਾ, ਬੈਠ ਕੇ ਵੀ ਵਾਹਿਗੁਰੂ ਵਾਹਿਗੁਰੂ ਜਪਣ ਨੂੰ ਚਿੱਤ ਕਰੇਗਾ ਤੇ ਇੱਥੋਂ ਤੱਕ ਸੁਭਾਅ ਬਣ ਜਾਏਗਾ। ਹੁਣ ਸੁੱਤਿਆਂ ਵੀ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਪਾਸੇ ਧਿਆਨ ਜਾ ਰਿਹਾ। ਇਹ ਹੈ ਸਾਧੂ ਦੇ ਸੰਗ ਦਾ ਲਾਭ ਫਾਇਦਾ, ਤੇ ਫਿਰ ਵਧੀਆ ਹੈ ਨਾ ਸਭ ਨਾਲੋਂ। ਹਰ ਵੇਲੇ ਪਰਮੇਸ਼ਰ ਦੀ ਯਾਦ ਵੱਡੀ ਤੋਂ ਵੱਡੀ ਪ੍ਰਾਪਤੀ। ਸੋ ਬੇਨਤੀ ਕਰਨੀ ਹੈ, ਹਉ ਹੌਰੋ ਤੂੰ ਠਾਕੁਰ ਗੌਰ। ਮਹਾਰਾਜ ਤੁਸੀਂ ਮਾਲਕ ਨਹੀਂ, ਬੜੇ ਵੱਡੇ ਹੋ, ਮਹਾਨ ਹੋ, ਸਮਰੱਥ ਹੋ। ਮੈਂ ਇੱਕ ਹੌਲਾ ਜਿਹਾ ਛੋਟਾ ਜਿਹਾ ਜੀਵ ਹਾਂ। ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਥਾਂ ਬਖਸ਼ੋ। ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾਓ, ਆਪਣੇ ਚਰਨੀ ਲਾਓ। ਗੁਰਮੁਖੋ ਬਾਬਾ ਜਵਾਲਾ ਸਿੰਘ ਜੀ ਦੇ ਪਰਉਪਕਾਰ ਗਿਣੇ ਨਹੀਂ ਜਾ ਸਕਦੇ। ਕੋਈ ਸਮਾਂ ਆਇਆ ਬਾਰ-ਬਾਰ ਜੇ ਨਾਮ ਲਈਏ ਤੇ ਫਿਰ ਸੁਭਾਏਮਾਨ ਨਹੀਂ। ਕੁਝ ਲੋਕਾਂ ਨੇ ਜਿਨ੍ਹਾਂ ਦਾ ਦਿਮਾਗ ਜਿਹੜਾ ਸੀ ਚੁਸਤੀ ਚਲਾਕੀ ਵਾਲਾ, ਇਹ ਆਦਿਕਾਲ ਤੋਂ ਹੀ ਐਸਾ ਚੱਲ ਰਿਹਾ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਕੁਝ ਛੇੜਛਾੜ ਕੀਤੀ। ਜਿਸ ਤਰ੍ਹਾਂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਲਿਖੀ ਤੇ ਲਿਖਵਾਈ, ਉਚਾਰੀ ਤੇ ਲਿਖਵਾਈ, ਉਹਦੇ ਵਿੱਚ ਕੁਝ ਬੰਦਿਆਂ ਨੇ ਫਰਕ ਪਾ ਦਿੱਤਾ ਤੇ ਬਾਬਾ ਜਵਾਲਾ ਸਿੰਘ ਜੀ ਡਟ ਕੇ ਸਭ ਤੋਂ ਅੱਗੇ ਆਏ। ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਅਸਾਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਰੰਚਕ ਮਾਤਰ ਵੀ ਅੱਗਾ ਪਿੱਛਾ ਨਹੀਂ ਕਰਨ ਦੇਣਾ। ਬਾਬਾ ਜੀ ਨੇ ਫਰਕ ਨਹੀਂ ਪਾਉਣ ਦੇਣਾ ਕਿਸੇ ਨੂੰ। ਬਾਬਾ ਜੀ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ, ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ, ਬਾਬਾ ਸੋਹਣ ਸਿੰਘ ਜੀ ਵਿਧੀ ਚੱਲੀਏ, ਬਾਬਾ ਦਇਆ ਸਿੰਘ ਜੀ ਦੇ ਪਿਤਾ ਜੀ, ਤੇ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ। ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲੇ ਹੁਣ ਕਿਹਨੂੰ ਕਿਹਨੂੰ ਆਖੀਏ ਦੱਸੋ, ਜਾਂ ਕੀਰਤਨ ਕਰੀਏ ਤੇ ਜਾਂ ਫਿਰ ਸਮੁੱਚੇ ਬੇਨਤੀ ਭਾਈ ਕੇਸਾਂ ਦੀ ਜਲਦੀ ਨਹੀਂ ਕਰਨੀ। ਇਹ ਬੜੀ ਅਮੁੱਲਕ ਦਾਤ ਹੈ, ਇਸ ਨੂੰ ਸਾਂਭਣਾ ਵੀ ਹੈ ਤੇ ਸਵਾਰਨਾ ਵੀ ਹੈ। ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਨੇ ਦਿਨ ਰਾਤ ਇੱਕ ਕਰਕੇ ਬੜੀ ਜ਼ਿੰਮੇਵਾਰੀ ਦੇ ਨਾਲ ਮਹਾਂਪੁਰਖਾਂ ਨੂੰ ਨਾਲ ਲੈ ਕੇ ਇਹ ਸੇਵਾ ਨਿਭਾਈ। ਅੱਜ ਜਿਉਂ ਦੇ ਤਿਉਂ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਬਾਣੀ ਉਚਾਰੀ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਲਿਖਵਾਈ, ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਤੁਸੀਂ ਦਰਸ਼ਨ ਕਰਦੇ ਹੋ। ਕੁਝ ਲੋਕਾਂ ਨੇ ਬਹੁਤਾ ਵੱਡਾ ਫਰਕ ਪਾ ਦਿੱਤਾ ਸੀਗਾ ਕਿ ਬਾਬਾ ਜਵਾਲਾ ਸਿੰਘ ਜੀ ਦਾ ਪਰਉਪਕਾਰ ਹੈ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਪਾਸੇ ਧਿਆਨ ਦਿੱਤਾ ਤੇ ਸੰਗਤਾਂ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹੋ। ਸੰਗਤ ਜੀ ਬਹੁਤ ਵੱਡਾ ਖੁਸ਼ੀਆਂ ਭਰਿਆ ਦਿਹਾੜਾ ਹੈ। ਆਓ ਆਪਾਂ ਪਿਆਰ ਦੇ ਨਾਲ ਸਾਰੇ ਜਣੇ ਸ਼ਬਦ ਪੜ੍ਹੀਏ ਜੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਗੁਰਬਾਣੀ ਉਚਾਰੀ ਪਾਤਸ਼ਾਹ ਜੀ ਨੇ, ਗੁਰਬਾਣੀ ਦਾ ਆਨੰਦ ਮਾਣੀਏ ਜੀ।
मन महारस नित अंगन के पवन ऊपर दिखाया। सखी मिलो रस मंगल गावो। सखी मिलो रस मंगल गावो। अवतार साजन आया। अवतार साजन आया। सखी मिलो रस मंगल गावो। सखी मिलो सखी मिलो रस मंगल
सच्चे मित्र होंदे ने। सच्चे मित्र दुनिया विच मित्र सानू बड़े मिलणगे, पर मतलब परस्त कोई कोई जिस किसी ने महापुरुष की संगत की है ਉਹਦੇ अंदर ਤੇ हो सकता सच्चा प्यार हो, बाकी खुद गर्ज कोई अपना कोई बेगाना, सब मतलब परस्ती है। महापुरख ते महापुरख की संगत करने वालियां दे विच गुण हुंदा है वाहिगुरू जी के नाम की बख्शिश, सेवा सिमरन की बरकत। ताकि महाराज ने आख्या महापुरख की संगत भली है, भली है गुरु के प्यारे की संगत। संगत करोगे तो घड़ी वाहिगुरू वाहिगुरू करने जी करेगा। संगत करोगे कोई सेवा करने वास्ते अंदर चाह पैदा होएगा। संगत करोगे सत्संग करके अपना जन्म सफला कर लोगे। महापुरख की संगत। बाबा जी हेड दरबार जो दिन रात सेवा करवा रहे हैं बाबा अवतार सिंह जी, बड़ा नेक सुभाव, वाहिगुरू जी की कृपा बख्शिश में जिथे सतगुरु जी ने बहुत बड़ा उद्यम बख्शिया, उसे नाल निमरता भी बड़ी बख्शी है। बड़ी जिम्मेवारी नाल अस्थान से सेवा निभाते ने। बड़े महापुरखों के नाल दिन रात एक करके ते फिर बड़ी खुशी वाली गल बाबा मनजीत सिंह जी नाल दिलों प्यार करते हैं। दिलों कोई भी किसी तरह का समा बने कि छेती तो छेती बाबा जी के शरीर का हाल चाल अस्थान बहुत प्यार के नाल सारी गल दसणगे। महापुरखों के नाल बड़ा दिलों प्यार है। बड़ी रब की मेहर है बाबा अवतार सिंह जी उपर। वो भी बाबा जी के इस शुभ दिहाड़े से हाजरी लवाउण वास्ते आए ने। आखो सारे गज के श्री गुरमुखो, संसार में देण वास्ते कोई विरला ही आउंदा ते लैण वाले बहुते आउंदे। लैण वाले झगड़ा किहड़ी गल दा? लैण वालियां दा झगड़ा है, मैनू दे दिओ मैनू दे दिओ। ते महापुरख ने सब कुछ दुनिया नूं देई जांदे ने, दुनिया नूं देई जांदे। इस वास्ते आख्या परोपकारी, दूजियां दा भला करना, निरस्वार्थ भला करना, किसी मतलब वास्ते नहीं। बस अपनी जिम्मेवारी है। परमेश्वर ने भेजा दियां दे भले वास्ते। बाबा ज्वाला सिंह जी ने उन्हां समयां ते सिੱਖੀ प्रचार किया ਜਦੋਂ ਬਹੁਤਾ ਸਮਾਂ ਤੇ ਪੈਦਲ ਹੀ ਚੱਲਣਾ ਪੈਂਦਾ ਸੀ ਤੇ ਵੱਡੀ ਤੋਂ ਵੱਡੀ ਸਹੂਲਤ ਹੁੰਦੀ ਸੀ ਟਾਂਗਾ ਜਾਂ ਘੋੜਾ। ਇਤਿਹਾਸ ਵਿੱਚ ਗੱਡੀਆਂ ਮੋਟਰਾਂ ਤੇ ਬਹੁਤ ਵਿਰਲੀਆਂ ਸਨ, ਪਰ ਬਾਬਾ ਜੀ ਦਾ ਜੀਵਨ ਪੜ੍ਹੋ, ਹਿੰਦੁਸਤਾਨ ਦਾ ਸ਼ਾਇਦ ਹੀ ਕੋਈ ਇਲਾਕਾ ਰਹਿ ਗਿਆ ਹੋਵੇ ਨਹੀਂ ਤੇ ਬਾਬਾ ਜੀ ਨੇ ਸਭ ਅਸਥਾਨਾਂ ਤੇ ਪਹੁੰਚ ਗਏ ਜਿੱਥੇ ਗੁਰਬਾਣੀ ਨਿਤਨੇਮ ਭਜਨ ਬੰਦਗੀ ਉੱਥੇ ਸੇਵਾ ਦੀ ਕਮਾਲ ਕਰ ਦਿੱਤੀ। ऐसे सतगुरु जी के लंगर चलाए। अज तक खानदान लोगों के याद करते बाबा जी के लंगर को याद करते। बड़िया सेवावां महापुरुषों ने निभाइया, बहुता परोपकार किया। कुछ देना पैंदा संसार को तां दुनिया याद करती है ते महापुरुष के सब कुछ ही अपना भेंट कर देंगे ने। सारा कुछ अपना एक एक श्वास जेड़ा वो भी दुनिया के भले वास्ते, रोम रोम संसार के भले वास्ते। जो भजन बंदगी सेवा सिमरन करते ने दुनिया का भला मंगते ने महापुरुष। एक दिन मैं एक संतां दे कोल बैठा, बाबा दर्शन सिंह जी होए ने घनूपुर कालियां वाले। मैं उन्हां दे कोल बैठा ते अरदास आपां भी करदे ते अरदास उन्हां दे मुखों मैं आप सुनी। ਅਸੀਂ ਤੇ ਅਰਦਾਸ ਇਹੀ ਕਰਦੇ ਆ ਨਾ, ਮਹਾਰਾਜ ਮੈਨੂੰ ਤੰਦਰੁਸਤੀ ਦੀ ਦਾਤ ਬਖਸ਼ੋ, ਮੈਂ ਤੇ ਮੇਰਾ ਪਰਿਵਾਰ ਮੇਰੇ ਬੱਚੇ ਰਾਜੀ ਖੁਸ਼ੀ ਰਹੀਏ, ਸਾਡਾ ਕੰਮ ਕਾਰ ਠੀਕ ਚੱਲੇ। ਇਹ ਹੀ ਅਰਦਾਸ ਕਰਦੇ ਤੇ ਇਹ ਹੀ ਕਰਵਾਉਨੇ ਆ। ਪਰ ਧੰਨ ਮਹਾਂਪੁਰਖ ਪਰਮੇਸ਼ਰ ਦੇ ਪਿਆਰੇ ਬਾਬਾ ਦਰਸ਼ਨ ਸਿੰਘ ਜੀ ਅਰਦਾਸ ਕਰ ਰਹੇ ਤੇ ਮੈਂ ਕੋਲ ਬੈਠਾ ਸੁਣ ਰਿਹਾ। ਕੀ ਅਰਦਾਸ ਕੀਤੀ ਜੀ ਉਹਨਾਂ ਨੇ? ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਤੇਰੀਆਂ ਸੰਗਤਾਂ ਦੇ ਜਿੰਨੇ ਦੁੱਖ ਸਾਰੇ ਮੈਨੂੰ ਦੇ।
ਇਹ ਮਹਾਂਪੁਰਖਾਂ ਦੀ ਅਰਦਾਸ। ਅਸੀਂ ਰੀਸਾਂ ਤੇ ਕਰਦੇ ਆ ਨਾ ਵੀ ਅਸੀਂ ਕਿਹੜੇ ਘੱਟ ਆ, ਪਰ ਅੰਦਰ ਝਾਤੀ ਮਾਰਿਓ, ਅਸੀਂ ਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ, ਉਹ ਵੀ ਬੜੀ ਮਹਾਨ ਹੈ। ਅਰਦਾਸ ਕਰਦੇ ਨੇ, ਹੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਤੇਰੀਆਂ ਸੰਗਤਾਂ ਦੇ ਜਿੰਨੇ ਦੁੱਖ ਸਾਰੇ ਮੈਨੂੰ ਲੱਗ ਜਾਣ, ਤੇਰੀਆਂ ਸੰਗਤਾਂ ਸਦਾ ਸੁਖੀ ਵਸਣ, ਸਦਾ ਸੁਖੀ ਵਸਣ। ਮਹਾਂਪੁਰਖਾਂ ਦੇ ਕੋਲ ਇਹ ਹੌਸਲਾ ਹੁੰਦਾ ਇੰਨੀ ਗੱਲ ਕਹਿਣ ਦਾ, ਆਪਾਂ ਨਹੀਂ ਜੇ ਕਹਿ ਸਕਦੇ, ਅਸੀਂ ਨਹੀਂ ਕਹਿ ਸਕਦੇ। ਮਹਾਂਪੁਰਖ ਦੇ ਕੋਲ ਤਾਕਤ ਹੈ, ਬਲ ਹੈ, ਉਹਨਾਂ ਨੂੰ ਪਤਾ ਹੈ ਇਸ ਕਾਰਜ ਦਾ ਬਹੁਤਾ ਵੱਡਾ ਲਾਭ ਹੈ, ਉਹ ਹੈ ਪਰਮੇਸ਼ਰ ਦੀ ਖੁਸ਼ੀ, ਰੱਬ ਦੀ ਖੁਸ਼ੀ, ਗੁਰੂ ਦੀ ਖੁਸ਼ੀ। ਸਤਿਗੁਰਾਂ ਨੇ ਹਰ ਵੇਲੇ ਦਿਨ ਰਾਤ ਸੰਸਾਰ ਦਾ ਭਲਾ ਕੀਤਾ, ਦੁਨੀਆ ਦਾ ਭਲਾ ਕੀਤਾ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ। ਮੇਰੀ ਸਭ ਤੋਂ ਵੱਡੀ ਸਹੇਲੀ ਹੈ, ਸਭ ਦਾ ਹੀ ਭਲਾ ਕੀਤਾ। ਜੇ ਕਿਸੇ ਨੇ ਬੁਰਾ ਕੀਤਾ ਤਾਂ ਵੀ ਭਲਾ ਕੀਤਾ, ਜੇ ਫਿੱਕਾ ਬੋਲਿਆ ਤਾਂ ਵੀ ਭਲਾ ਕੀਤਾ, ਜੇ ਨਰਾਦਰ ਕੀਤਾ ਤਾਂ ਵੀ ਭਲਾ ਕੀਤਾ। ਤਾਰਿਆ ਹੀ ਤਾਰਿਆ ਸਭ ਨੂੰ, ਤਾਰਿਆ ਜਹਾਨ, ਲਹਿਆ ਅਭਿਮਾਨ। ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧਨ ਗਿਆ, ਤਿਨ ਜਮ ਨੇੜ ਨਾ ਆਇਆ। ਐਸਾ ਮਹਾਂਪੁਰਖਾਂ ਦਾ ਸੁਭਾਅ ਹੁੰਦਾ ਹੈ। ਆਪ ਦੇ ਜੁੜੇ ਨੇ, ਦੂਜਿਆਂ ਦੇ ਜੁੜਦੇ। ਬਾਬਾ ਜਵਾਲਾ ਸਿੰਘ ਜੀ ਦਾ ਪ੍ਰਤਾਪ, ਬਾਬਾ ਜਵਾਲਾ ਸਿੰਘ ਜੀ ਦੇ ਪਰਉਪਕਾਰ, ਬਾਬਾ ਜਵਾਲਾ ਸਿੰਘ ਜੀ ਦੀ ਕੀ ਦੇਣ ਹੈ, ਇਹ ਤੇ ਗਿਣੀ ਨਹੀਂ ਜਾ ਸਕਦੀ। ਆਪ ਜੀ ਸੁਣ ਕੇ ਅਚਰਜ ਹੋਏ ਹੋਣਗੇ, ਜਿਨ੍ਹਾਂ ਨੂੰ ਪਤਾ, ਖਾਨਦਾਨੀ ਤਾਂ ਜਿਹੜੇ ਸੁਣਦੇ ਨੇ, ਇਹ ਬਹੁਤ 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 ਵੱਡਾ ਪਰਉਪਕਾਰ ਬਾਬਾ ਜੀ ਨੇ ਕੀਤਾ, ਜੋ ਗੁਰਬਾਣੀ ਵਿੱਚ ਫਰਕ ਨਹੀਂ ਪੈਣ ਦਿੱਤਾ ਮਹਾਂਪੁਰਖਾਂ ਨੇ। ਤੁਸੀਂ ਅਚਰਜ ਹੋਵੋਗੇ ਸੁਣ ਕੇ, ਬਹੁਤ ਸਾਰੇ ਸਰੂਪ ਪ੍ਰਬੰਧਕਾਂ ਨੇ ਛਾਪ ਦਿੱਤੇ ਸਾਨੂੰ ਫਰਕ ਪਾ ਕੇ। ਤੇ ਬੜਾ ਲੰਮਾ ਸੰਗਤ ਜੀ, ਬੜੀ ਵੱਡੀ ਖੁਸ਼ੀ, ਜਿੱਥੇ ਬਾਬਾ ਜੀ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਸ਼ਾਂ ਦੇ ਜਨਮ ਦਿਨ ਦੀ ਖੁਸ਼ੀ ਨਾ, ਅੱਜ ਜਨਮ ਦਿਨ ਦੀ ਖੁਸ਼ੀ ਹੈ। ਕੁਝ ਗੱਲਾਂ ਨਾ ਕਈ ਵਾਰ ਖੋਲਣੀਆਂ ਪੈਂਦੀਆਂ। ਸਟੇਜ 'ਤੇ ਮਹਾਂਪੁਰਖ ਬੈਠੇ ਨੇ, ਸੰਗਤ ਬੈਠੀ ਹੈ। ਇੱਕ ਬਜ਼ੁਰਗ ਕੀਰਤਨੀ ਹੋਏ ਨੇ, ਉਹਨਾਂ 100 ਸਾਲ ਕੀਰਤਨ ਕੀਤਾ, 20 ਸਾਲ ਦੀ ਉਮਰ 'ਚ ਉਹਨਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਹੈ। ਬੜੇ ਪੰਥ ਵਿੱਚ ਵਿਚਰੇ, ਪਰ ਬਹੁਤ ਕੁਝ ਸਿੱਖਣਾ ਪੈਂਦਾ ਹੈ। ਉਹਨਾਂ ਨੇ ਸਟੇਜ ਤੇ ਬੈਠਿਆਂ ਬੈਠਿਆਂ ਇੱਕ ਗੱਲ ਕੀਤੀ, ਕਹਿਣ ਲੱਗੇ, ਜਿਹੜਾ ਬੰਦਾ ਕਵੇ ਗੁਰੂ ਸਾਹਿਬ ਨੇ ਜਨਮ ਲਿਆ, ਉਹਦਾ ਮੂੰਹ ਸੜ ਜੇ ਗਈ। ਮੈਂ ਸੋਚਣ ਲੱਗ ਪਿਆ, ਮੈਂ ਕਿਹਾ ਵੀ ਆਹ ਗੱਲ ਇਹਨਾਂ ਦੀ ਗੁਰਬਾਣੀ ਨਾਲ ਮੇਲ ਖਾਂਦੀ ਹੈ। ਜਦੋਂ ਮੈਂ ਸੋਚਿਆ ਤੇ ਇੱਕਦਮ ਭਗਤੀ ਚੇਤੇ ਵਿੱਚ ਆ ਗਈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਤੇ ਸ਼ੁਕਰਾਨੇ ਵਜੋਂ ਪੰਚਮ ਪਾਤਸ਼ਾਹ ਜੀ ਨੇ ਮੁੱਖ ਵਾਕ ਸ਼ਬਦ ਉਚਾਰਿਆ, ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੈ ਜੀਆ, ਭੇਦ ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਹੁਣ ਸੁਣ ਲਓ ਅਗਲੇ ਬੰਨੇ, ਜੰਮਿਆ ਭੂਤ ਭਗਤ ਗੋਬਿੰਦ ਕਾ, ਉਹ ਆਖੇ ਉਹਦਾ ਮੂੰਹ ਸੜਦੇ ਜਿਹੜਾ ਕਹਿੰਦਾ ਗੁਰੂ ਸਾਹਿਬ ਨੇ ਜਨਮ ਲਿਆ। ਤੇ ਮੈਂ ਕਿਹਾ, ਦੱਸ ਹੁਣ ਬਾਬਾ ਕਿੱਧਰ ਜਾਏਗਾ? ਪੰਚਮ ਪਾਤਸ਼ਾਹ ਤੇ ਕਹਿੰਦੇ ਆ ਕਿ ਮੇਰੇ ਘਰ ਜਿਸ ਪੁੱਤਰ ਨੇ ਜਨਮ ਲਿਆ, ਗੋਬਿੰਦ ਦਾ, ਪਰਮੇਸ਼ਰ ਦਾ ਭਗਤ ਦੇ ਭਗਤ ਦੇ ਵਿੱਚ ਤੇ ਪਰਮੇਸ਼ਰ 'ਚ ਫਰਕ ਤਾਂ ਨਹੀਂ ਕੋਈ। ਜੰਮਿਆ ਭੂਤ ਭਗਤ ਗੋਬਿੰਦ ਦਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਇਸ ਵਾਸਤੇ ਗੁਰਮੁਖੋ ਮਹਾਂਪੁਰਖਾਂ ਦਾ ਜਨਮ ਦਿਨ ਕਹਿ ਲਓ, ਭਾਵੇਂ ਅਵਤਾਰ ਕਹਿ ਲਓ, ਭਾਵੇਂ ਪ੍ਰਕਾਸ਼ ਕਹਿ ਲਓ, ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ। ਰੱਬ ਦੇ ਬੰਦਿਆਂ ਨਾਲ ਸਭ ਗੱਲਾਂ ਸੋਹਣੀਆਂ ਲੱਗਦੀਆਂ, ਸਭ ਗੱਲਾਂ ਸੋਹਣੀਆਂ ਲੱਗਦੀਆਂ ਨੇ। ਮੈਂ ਤਾਂ ਹੈਰਾਨ ਹੋ ਗਿਆ, ਭਿੱਖੀਵਿੰਡ ਅੱਡੇ ਦੇ ਵਿੱਚ ਇੱਕ ਮਹਾਤਮਾ ਰਹਿੰਦੇ ਸਨ ਤੇ ਉਹ ਬਸਤਰ ਨਹੀਂ ਸੀ ਪਹਿਨਦੇ, ਲੋਕ ਉਹਨਾਂ ਨੂੰ ਬਾਬਾ ਨੰਗੇ, ਅਲਪ ਨੰਗੇ। ਬਾਬਾ ਸੋਹਣ ਸਿੰਘ ਜੀ ਦੇ ਨਾਲ, ਜੋ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਸੰਪਰਦਾ ਦੇ ਮੁਖੀ ਬਾਬਾ ਦਇਆ ਸਿੰਘ ਜੀ ਦੇ ਪਿਤਾ ਜੀ, ਮੈਂ ਬਚਪਨ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਗੱਡੀ ਵਿੱਚ ਬੈਠਾ ਸੀ
ਤੇ ਬਾਬਾ ਜੀ ਉਸ ਕਮਾਈ ਵਾਲੇ ਮਹਾਂਪੁਰਸ਼ ਨੂੰ ਨਿਹੰਗ ਸਿੰਘ ਸ਼ਸਤਰਧਾਰੀ ਪੰਥ ਦੇ ਮੁਖੀ ਬਾਬਾ ਸੋਹਣ ਸਿੰਘ ਜੀ, ਬਾਬਾ ਵਿਧੀ ਚੰਦ ਸਾਹਿਬ ਜੀ ਦੀ ਅੰਸ਼-ਬੰਸ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣਾ ਸੀਨਾ ਆਖਿਆ, ਬਾਬਾ ਜੀ ਆਪਣੀ ਗੱਡੀ ਵਿੱਚੋਂ ਉਤਰੇ ਤੇ ਉਸ ਨਾਗਾ ਬਾਬਾ ਜੀ ਦੇ ਜਾ ਕੇ ਗੋਡੀਆਂ ਹੱਥ ਲਾ ਕੇ ਤੇ ਚੁੱਪ ਕਰਕੇ ਵਾਪਸ ਆ ਗਏ। ਉਹਦੀ ਬੋਲੇ ਜੀ ਉਹ ਚੁੱਪ ਹੀ ਰਹੇ। ਉੱਥੇ ਮੈਂ ਵੇਖਿਆ ਕਿ ਮਹਾਂਪੁਰਖਾਂ ਦੇ ਅੰਦਰ ਭਗਤੀ ਬੰਦਗੀ ਦਾ ਕਿੰਨਾ ਸਤਿਕਾਰ ਹੈ। ਤੇ ਦੇਖੋ ਉਹ ਕਮਾਈ ਵਾਲੇ ਨੇ ਉਂਝ ਕਿਸੇ ਬੰਦੇ ਨੂੰ ਘਰ ਕਹਿ ਦਈਏ ਜਾ ਨਾਗਾ ਜਿਹਾ ਤੇ ਝਗੜਾ ਪੈ ਜਾਂਦਾ, ਅਗਲਾ ਦਾ ਮੈਨੂੰ ਗਾਲ ਕੱਢੀ ਹੈ, ਤੇ ਉਹਨਾਂ ਦਾ ਉੱਥੇ ਲਿਖ ਕੇ ਲਾਇਆ ਧੰਨ ਬਾਬਾ ਨਾਗਾ ਜੀ। ਮਹਾਂਪੁਰਸ਼ਾਂ ਦੇ ਨਾਮ ਨਾਲ ਸਭ ਗੱਲਾਂ ਫੱਬ ਜਾਂਦੀਆਂ। ਕਿਉਂ? ਉਹਨਾਂ ਦੇ ਅੰਦਰ ਰੱਬ ਦਾ ਨਾਮ ਹੈ, ਉਹਨਾਂ ਦਾ ਮਨ ਤਨ ਸਭ ਕੁਝ ਫੱਬਿਆ ਪਿਆ। ਕੁਝ ਵੀ ਕਹਿ ਦਿਓ ਉਹੀ ਧੰਤਾ ਯੋਗ ਹੈ, ਉਹੀ ਧੰਤਾ ਯੋਗ ਹੈ। ਇਸ ਵਾਸਤੇ ਸੰਗਤ ਜੀ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਹੋ, ਬਹੁਤ ਬਹੁਤ ਵਧਾਈਆਂ। ਹੁਣ ਤੇ ਮੈਂ ਹੋਰ ਖੁਸ਼ੀ ਵਾਲੀ ਗੱਲ ਤੁਹਾਨੂੰ ਦੱਸਣ ਲੱਗਾ, ਬਾਬਾ ਜੀ ਦਾ ਵੀ ਸੁਨੇਹਾ ਆ ਗਿਆ ਤੇ ਬਾਬਾ ਮਨਜੀਤ ਸਿੰਘ ਜੀ ਦਾ ਬਾਬਾ ਜੀ ਦਾ ਸੁਨੇਹਾ ਆ ਗਿਆ ਏ। ਤੇ ਜਦੋਂ ਤੁਸੀਂ ਫਤਿਹ ਬੁਲਾਉਣੀ ਹੈ ਨਾ, ਉਦੋਂ ਅਸੀਂ ਵੀ ਸਟੇਜ ਤੇ ਪਹੁੰਚ ਕੇ ਕਹਿਣ ਲੱਗੇ ਆ ਕੇ ਸੰਗਤ ਦੇ ਦਰਸ਼ਨ ਕਰਾਂਗੇ। ਬਾਬਾ ਮਨਜੀਤ ਸਿੰਘ ਜੀ ਵੀ ਤਕਰੀਬਨ 10-12 ਮਿੰਟਾਂ ਤੱਕ ਇੱਥੇ ਸੰਗਤ ਵਿੱਚ ਆਵਣਗੇ ਤੇ ਦਿਲੋਂ ਲੈ ਕੇ ਅਰਦਾਸ ਕਰਿਓ। ਆਪਾਂ ਨੂੰ ਬੜੀ ਲੋੜ ਹੈ ਐਸੇ ਮਹਾਂਪੁਰਖਾਂ ਦੀ। ਬਾਬਾ ਜੀ ਜਿੱਥੇ ਬੜੀ ਉੱਚੀ ਸੁੱਚੀ ਬਿਰਤੀ ਵਾਲੇ ਨੇ, ਮਹਾਨ ਮਹਾਂਪੁਰਸ਼ਾਂ ਦੇ ਪਰਿਵਾਰ ਵਿੱਚੋਂ ਨੇ, ਉੱਥੇ ਬੜੇ ਨਿਧੜਕ ਵੀ ਨੇ, ਸੱਚੀ ਗੱਲ ਕਹਿਣ ਤੋਂ ਵੀ ਝਿਜਕਦੇ ਨਹੀਂ ਨੇ। ਬੜੀ ਮਿਹਰ ਬੜੀ ਬਖਸ਼ਿਸ਼ ਹੈ ਬਾਬਾ ਮਨਜੀਤ ਸਿੰਘ ਜੀ ਦੇ ਉੱਪਰ। ਮੈਂ ਉਹਨਾਂ ਦੇ ਸ਼ੁਭ ਗੁਣ ਵੇਖ ਕੇ ਉਹਨਾਂ ਦੇ ਨਾਲ ਆਪਣਾ ਦਿਲੀ ਪਿਆਰ ਬਣਾਇਆ। ਜਿੱਥੇ ਹੁਕਮ ਕਰਦੇ ਉੱਥੇ ਹਾਜ਼ਰ ਹੋ ਜਾਈਦਾ। ਵਾਹਿਗੁਰੂ ਜੀ ਦੀ ਬੜੀ ਕਿਰਪਾ, ਵਾਹਿਗੁਰੂ ਜੀ ਦੀ ਬੜੀ ਬਖਸ਼ਿਸ਼ ਉਹਨਾਂ ਦੇ ਉੱਪਰ। ਉਹ ਵੀ ਆ ਰਹੇ ਨੇ, ਜੇ ਆਪਾਂ ਉਹਨਾਂ ਮਹਾਂਪੁਰਸ਼ਾਂ ਨਾਲ ਵੀ ਜੀ ਆਇਆ ਕਹਾਂਗੇ। ਜੋ ਬਚਨ ਸੁਣਾਉਣਗੇ ਬੜੇ ਪਿਆਰ ਨਾਲ ਸੁਣਨੇ ਤੇ ਦਿਲੋਂ ਲੈ ਕੇ ਅਰਦਾਸ ਕਰਿਓ, ਸੱਚੇ ਪਾਤਸ਼ਾਹ ਬਾਬਾ ਜੀ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੋ, ਸੱਚੇ ਪਾਤਸ਼ਾਹ ਮਹਾਰਾਜ। ਆਓ ਉਹਨਾਂ ਚਿਰ ਆਪਾਂ ਸ਼ਬਦ ਪੜ੍ਹੀਏ, ਬਾਕੀ 10-12 ਮਿੰਟ ਬਚੇ ਆ। ਭਾਵੇਂ ਮੇਰਾ ਬਹੁਤ ਲਿਹਾਜ਼ ਕਰਦੇ ਨੇ ਸਾਰੀ ਸੰਗਤ ਤੇ ਸਟੇਜ ਸੈਕਟਰੀ ਜੀ ਸਰਦਾਰ ਹਰਮੇਲ ਸਿੰਘ ਜੀ, ਜਿਨ੍ਹਾਂ ਦਾ ਸਾਰਾ ਪਰਿਵਾਰ ਬਾਬਾ ਜੀ ਦੀ ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਨੇ, ਹੋਰ ਸਾਰੇ ਪ੍ਰੇਮੀ। ਤੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਅਸੀਂ ਟਾਈਮ ਨਹੀਂ ਦੱਸ ਸਕਦੇ ਕਿੰਨਾ ਲਾਉਣਾ ਹੈ, ਪਰ ਨਾਲ ਵੀ ਜਥੇ ਬਹੁਤ ਜ਼ਿਆਦਾ ਨੇ। ਸਾਰਿਆਂ ਦੇ ਮਨ ਵਿੱਚ ਬਾਬਾ ਜੀ ਦਾ ਪਿਆਰ ਹੈ। ਸਭ ਨੇ ਹਾਜ਼ਰੀਆਂ ਭਰਨੀਆਂ ਨੇ, ਹਾਜ਼ਰੀਆਂ ਲਵਾਉਣੀਆਂ ਨੇ, ਖੁਸ਼ੀਆਂ ਲੈਣੀਆਂ, ਬਖਸ਼ਿਸ਼ ਲੈਣੀ ਹੈ। ਇਸ ਵਾਸਤੇ 10 ਮਿੰਟ ਬਾਕੀ ਜਿਹੜੇ ਬਚੇ ਆ ਉਹ ਆਪਾਂ ਸ਼ਬਦ ਪੜ੍ਹੀਏ, ਉਹਦੇ ਤੈਨੂੰ ਬਾਬਾ ਜੀ ਵੀ ਪਹੁੰਚ ਜਾਣਗੇ ਜੀ। ਫਲ ਗੁਣ ਆਨੰਦ ਉਪਾਰ ਜਾਣਾ ਹਰ ਸਤਿ ਪ੍ਰਗਟੇ ਆਏ। ਫਲ ਗੁਣ ਆਨੰਦ ਉਪਾਰ ਜਾਣਾ ਹਰ ਸਤਿ ਪ੍ਰਗਟੇ ਆਏ। ਫਲ ਗੁਣ ਆਨੰਦ ਉਪਾਰ ਜਾਣਾ ਹਰ ਸਤਿ ਪ੍ਰਗਟੇ ਆਏ। ਫਲ ਗੁਣ ਆਨੰਦ ਉਪਾਰ ਜਾਣਾ ਹਰ ਸਤਿ ਪ੍ਰਗਟੇ ਆਏ। ਸਤ ਸਹਾਈ ਰਾਮ ਕੇ ਜਪੋ, ਸਤ ਸਹਾਈ ਰਾਮ ਕੇ, ਸਤ ਸਹਾਈ ਰਾਮ ਕੇ, ਸਤ ਸਹਾਈ ਰਾਮ ਕੇ। ਕਰ ਕਿਰਪਾ ਦੀਆ ਮਿਲਾਏ, ਕਰ ਕਿਰਪਾ ਦੀਆ ਮਿਲਾਏ। ਫਲ ਗੁਣ ਆਨੰਦ ਉਪਾਰ ਜਾਣਾ
जिसको तेरे नाथ आए सज्जन प्रगट आए सज्जन प्रगट आए सज्जन प्रगट आए सज्जन प्रगट आए संत सहाई राम के संत सहाई संत सहाई राम के कर कृपा दिया कर कृपा दिया फल गुण आनंद पार हर सज्जन प्रगट आए हर सज्जन प्रगट आए फल गुण आनंद पार हर सज्जन प्रगट आए हर सज्जन प्रगट आए औखी घड़ी न देखण दे अपना बिरद संभाले घड़ी न देखण दे अपना बिरद संभाले औखी घड़ी न देखण दे अपना बिरद संभाले आप ते राखे अपने को साथ साथ रखवाले सुधार लो मेरा गीत कब सुधार लो मेरा गीत आद अंत कब सदा सहाई धन हमारा मीत रहाओ बंदलास पै साहिब के अजर्म देख वडाई हर सिमर सिमर आनंद कर नाथ तब पूर्ण बदल खाई मन विलास पै साहिब के अजर्म देख वडाई हर सिमर सिमर आनंद कर नाथ सिमर सिमर आनंद कर नाथ रब पूरन पैद रखाई रब पूरन पैद रखाई रब पूरन पैद रखाई रब पूरन पैद रखाई हर सिमर सिमर आनंद कर नानक रब पूरन पैद रखाई संगत जी बड़े बड़े भाव धन धन बाबा जी बाबा ज्वाला सिंह जी महापुरुष परोपकारी महापुरुष ਵੱਡੇ ਮਹਾਂਪੁਰਖ ਪੂਜਨੀਕ ਸਤਿਕਾਰਯੋਗ ਗੁਣਾਂ ਦੇ ਖਜ਼ਾਨੇ ਜਿਨ੍ਹਾਂ ਮਹਾਂਪੁਰਖਾਂ ਦੀ ਮਹਿਮਾ ਬੜੀ ਅਪਾਰ ਹੈ ਐਸੇ ਮਹਾਂਪੁਰਖ ਧੰਨ ਬਾਬਾ ਜੀ ਬਾਬਾ ज्वाला सिंह जी जिन्हां ਦਾ ਜਨਮ ਦਿਨ ਆਪ ਮਨਾ ਰਹੇ ਹੋ ਤੇ ਬਾਬਾ ਜੀ ਦਾ ਪਰਿਵਾਰ ਬਾਬਾ ਜੀ ਦੇ ਪੁੱਤਰਾ ਸਾਹਿਬ ਸਤਿਕਾਰਯੋਗ ਬਾਬਾ ਜੀ ਬਾਬਾ ਮਨਜੀਤ ਸਿੰਘ ਜੀ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਜਨਮ ਬਖਸ਼ਿਸ਼ ਜਨਮ ਕਿਰਪਾ ਸਰੀਰਾਂ ਦੇ ਉੱਤੇ ਕੋਈ ਐਸਾ ਸਮਾਂ ਆਉਣਾ ਇਹ ਵੀ ਸੰਗਤ ਜੀ ਜਾਣਦੇ ਸ੍ਰੀ ਪਰਮੇਸ਼ਰ ਜੀ ਜਾਣਦੇ ਤੇ ਮਹਾਂਪੁਰਖ ਜਾਣਦੇ ਨੇ ਪਤਾ ਨਹੀਂ ਸਾਡੇ ਜੀਵਾਂ ਦੇ ਕਿੰਨੇ ਕੁ ਦੁੱਖ ਨੇ ਜਿਹੜੇ ਆਪਣੇ ਉੱਤੇ ਲੈ ਕੇ ਤੇ ਸਾਨੂੰ ਸੁੱਖ ਦੇ ਦਿੰਦੇ ਪਤਾ ਨਹੀਂ ਕਿਸ ਦਾ ਕਿੰਨਾ ਵੱਡਾ ਦੁੱਖ ਮਹਾਂਪੁਰਖਾਂ ਨੇ ਕੱਟਿਆ ਹੈ मैं हुणे आप जी ने सुना रहा सा ना महापुरख अरदास कर रहे सी कोई बोल के कह दिंदा ते कोई गुप्त कह दिंदा महापुरख भला ही मंगदे ने दुनिया का भला ही मंगदे इन्हां कोल है ही भला है भला सो सत्कारयोग बाबा जी आए ने बाबा जी को बहुत बहुत बधाइयां बाबा जी महाराज के जन्म दिन दियां महापुरख स्टेज ते बैठे ने गुरमुख प्यारे सारे अनु सब संगत को बहुत बहुत बधाइयां भुला चुका की क्षमा करियो सत्कारयोग सैकटरी जी जो महापुरुषों के सेवक हैं वो आप जी को अगला प्रोग्राम दसणगे
ਬਾਬਾ ਮਨਜੀਤ ਸਿੰਘ ਜੀ ਸੰਗਤ ਵਿੱਚ ਆਏ ਤੇ ਬਹੁਤ ਵੱਡੀ ਖੁਸ਼ੀ ਹੋਈ ਹੈ। ਸੱਚੇ ਪਾਤਸ਼ਾਹ ਸਾਡਾ ਤੁਹਾਡਾ ਸਭਨਾਂ ਦਾ ਆਇਆ ਸਫਲਾ ਕਰਨਾ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।